हेलो स्टूडेंट्स, मैं हाँ रुपिंदर कौर। तुसी देख रहे हो इंग्लिश विद रूप। सो जिवें कि मैं पहला भी स्टूडेंट्स ਨੂੰ ਦੱਸਿਆ ਸੀ ਕਿ ਪਹਿਲਾਂ ਵੀ ਐਗਜ਼ਾਮ ਸੀਗਾ ਜਿਹੜਾ ਰਿਪੀਟ ਹੋਇਆ ਸੀਗਾ 7 ਨੂੰ ਜੋ ਅਸੀਂ ਟਾਸਕ ਕਰਾਇਆ ਸੀ ਉਹ ਰੀਅਲ ਐਗਜ਼ਾਮ ਦੇ ਵਿੱਚ ਆਇਆ, ਦੈਨ 12 ਨੂੰ, ਦੈਨ 21 ਨੂੰ ਜੋ ਐਗਜ਼ਾਮ ਹੋਇਆ ਉਹਦੇ ਵਿੱਚ ਵੀ ਸੇਮ ਇਹੀ ਟੌਪਿਕ ਆਇਆ ਜੋ ਆਲਰੇਡੀ ਆਪਾਂ ਸਟੂਡੈਂਟਸ ਨੂੰ ਕਰਵਾਇਆ ਹੋਇਆ ਸੀ ਡਿਸਕਸ਼ਨ ਬੋਥ ਵਿਊਜ਼ ਦੇ ਉੱਤੇ। ਐਂਡ ਜੇ ਇਹ ਟੌਪਿਕ ਪਹਿਲਾਂ ਆ ਚੁੱਕਿਆ ਇਹਦਾ ਮਤਲਬ ਇਹ ਨਹੀਂ ਕਿ ਨਹੀਂ ਆਏਗਾ, ਅੱਗੇ ਵੀ ਕਾਫੀ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ ਤੇ ਤੁਹਾਨੂੰ ਅੱਗੇ ਜੇ ਕਿਸੇ ਸਟੂਡੈਂਟ ਦਾ ਐਗਜ਼ਾਮ ਹੈ ਤਾਂ ਦੁਬਾਰਾ ਰਿਪੀਟ ਹੋ ਸਕਦਾ ਹੈ। ਸੋ ਇਸ ਨੂੰ ਇਹਦੀ ਇਲੈਬੋਰੇਸ਼ਨ ਮੈਂ ਪੂਰੀ ਡਿਟੇਲ ਦੇ ਵਿੱਚ ਦਊਂਗੀ, ਕਿਸ ਤਰ੍ਹਾਂ ਇੰਟਰੋ ਬਣਾਉਣੀ ਹੈ, ਕਿਸ ਤਰ੍ਹਾਂ ਤੁਸੀਂ BP1 ਕਿੰਨੇ BPs ਹੋਣਗੇ, ਕਿੱਦਾਂ ਲਿਖਣਾ ਹੈ, ਕਿੱਦਾਂ ਤੁਸੀਂ ਇਹਦਾ ਕਨਕਲੂਜਨ ਦੇਣਾ ਹੈ, ਕਿੱਦਾਂ ਤੁਸੀਂ ਰਿਜ਼ਲਟ ਦੇਣਾ ਹੈ। ਸੋ ਸਟੇਟਮੈਂਟ ਆਈ ਸੀ ਜੀ, ਸਮ ਪੀਪਲ ਥਿੰਕ ਦੈਟ, ਕੀ ਸੋਚਦੇ ਆ ਦੈਟ ਕਲਾਈਮੇਟ ਚੇਂਜ ਕੁਡ ਹੈਵ ਅ ਨੈਗੇਟਿਵ ਇਫੈਕਟ ਔਨ ਬਿਜ਼ਨਸ। ਕੁਝ ਲੋਕ ਸੋਚਦੇ ਆ ਵੀ ਜਿਹੜਾ ਕਲਾਈਮੇਟ ਦੇ ਵਿੱਚ ਚੇਂਜ ਆਉਂਦਾ ਉਹਦਾ ਕੀ ਹੈ ਬਹੁਤ ਜ਼ਿਆਦਾ ਨੈਗੇਟਿਵ ਇਫੈਕਟ ਪੈਂਦਾ ਹੈ ਕਿਸ ਦੇ ਉੱਤੇ, ਬਿਜ਼ਨਸ ਦੇ ਉੱਤੇ। ਅਦਰਸ ਕੀ ਸੋਚਦੇ ਆ, ਕਹਿੰਦੇ ਜਿਹੜਾ ਕਲਾਈਮੇਟ ਚੇਂਜ ਆ ਉਹ ਕੀ ਕਰਦਾ, ਕ੍ਰੀਏਟ ਕਰਦਾ ਹੈ ਮੋਰ ਬਿਜ਼ਨਸ ਅਪੋਰਚੁਨਿਟੀਜ਼। ਮਤਲਬ ਕਿ ਇੱਕ ਪਰਸਨ ਲਾਈਕ ਇੱਕ ਸੈਕਸ਼ਨ ਆਫ ਸੋਸਾਇਟੀ ਕਹਿ ਰਿਹਾ, ਇੱਕ ਗਰੁੱਪ ਦਾ ਇਹ ਕਹਿਣਾ ਕਿ ਇਹਦੇ ਨਾਲ ਕੀ ਹੈ ਨੈਗੇਟਿਵ ਇਫੈਕਟ ਹੈ, ਦੂਸਰਾ ਕਹਿ ਰਿਹਾ ਵੀ ਨਹੀਂ opportunities create ਹੁੰਦੀਆਂ। discuss both views and give your own opinion। ਸੋ ਤੁਹਾਨੂੰ ਪਤਾ ਹੈ ਕਿ ਆਪਾਂ ਨੇ ਇਹ ਵਾਲਾ ਜਿਹੜਾ ਟਾਸਕ ਹੈ 250 to 270 word limit ਹੁੰਦੀ ਆ, ਠੀਕ ਹੈ। ਤੁਸੀਂ ਅਰਾਊਂਡ 300 words ਤੱਕ ਲਿਖ ਸਕਦੇ ਹੋ ਬਟ ਰੈਲੀਵੈਂਟ ਲਿਖਣਾ। ਹੁਣ ਆਪਾਂ ਇਹਦੇ ਵਿੱਚ ਸਟਾਰਟਿੰਗ ਦੇ ਵਿੱਚ ਹੀ ਵੈਦਰ ਤੇ ਔਰ ਦੀ ਸਟਰਕਚਰ ਲਗਾਵਾਂਗੇ, ਪਲੱਸ ਇਹਦੇ ਇੰਟਰੋ ਦੇਖੋ। ਹੁਣ ਕਹਿੰਦੇ ਇਟ ਇਜ਼ ਆਰਗੂਡ ਅਮੰਗ ਇੰਡੀਵਿਜੂਅਲਸ, ਇਹਦੇ ਵਿੱਚ ਇਹ ਇੱਕ ਆਰਗੂਮੈਂਟ ਹੋਈ ਹੈ ਜੀ ਵੈਦਰ ਆਲਟਰੇਸ਼ਨਸ ਆਪਾਂ ਕਦ ਲਈ ਯੂਜ਼ ਕੀਤਾ ਹੈ ਜੀ, ਚੇਂਜਸ ਦੇ ਲਈ। ਕਹਿੰਦੇ ਆਲਟਰੇਸ਼ਨਸ ਇਨ ਕਲਾਈਮੇਟ have detrimental impact on business। so ਇਹਦਾ detrimental impact ਹੈ, detrimental ਹੁੰਦਾ negative, or offers numerous job opportunities। ਆਪਾਂ ਕੁਝ ਵੀ ਨਹੀਂ ਕੀਤਾ, ਸਟਰਕਚਰ ਲਗਾ ਕੇ ਜਸਟ ਆਪਾਂ ਨੇ ਪੈਰਾਫਰੇਜ਼ ਕੀਤਾ ਹੈ। ਦੈਨ ਉਸ ਤੋਂ ਬਾਅਦ ਤੁਸੀਂ ਦੱਸੋਗੇ ਥੀਸਿਸ ਲਾਈਨ ਦੇ ਵਿੱਚ I believe that former notion is more logical। ਮੈਨੂੰ ਲੱਗਦਾ ਵੀ ਜਿਹੜਾ ਪਹਿਲਾ notion ਆ ਉਹ ਜ਼ਿਆਦਾ logical ਹੈ and will explain both aspects in the forthcoming paragraphs in more specific way। ਤੇ ਕਹਿੰਦੇ ਮੈਂ ਇਹਨੂੰ properly explain ਕਰਾਂਗੀ ਇੱਕ ਜਿਹੜੇ ਆਉਣ ਵਾਲੇ forthcoming paragraphs ਨੇ। ਸੋ ਆਪਾਂ ਪਹਿਲਾਂ ਹੀ ਇੱਥੇ ਦੱਸਦਾ ਵੀ ਜਿਹੜਾ former notion ਆ ਉਹ ਜ਼ਿਆਦਾ logical ਹੈ, ਜ਼ਿਆਦਾ ਆਪਾਂ ਕਹਿ ਦਈਏ ਵੀ rational ਹੈ, ਠੀਕ ਹੈ ਜੀ। ਸੋ ਹੁਣ ਇਸੇ ਨੂੰ ਆਪਾਂ ਹੁਣ ਜਦੋਂ ਡਿਸਕਸ ਬੋਥ ਵਿਊਜ਼ ਟੌਪਿਕ ਹੈ ਤਾਂ ਆਪਾਂ ਉਹਦੇ ਅਗਲੇ ਜਿਹੜੇ BPs ਹੁੰਦੇ ਆ ਮੇਨ BPs ਉਹ ਆਪਾਂ 3 ਬਣਾਵਾਂਗੇ। BP ਫਰਸਟ ਦੇ ਵਿੱਚ ਆਪਾਂ ਦੱਸਾਂਗੇ ਪਹਿਲਾ ਵਿਊ, BP2 ਦੇ ਵਿੱਚ ਸੈਕੰਡ ਵਿਊ, ਐਂਡ ਜਿਹੜਾ BP3 ਹੋਊਗਾ ਉਹ ਆਪਾਂ ਆਪਣੇ ਵਿਊ ਦਾ ਬਣਾਵਾਂਗੇ, ਆਪਣੀ ਪਰਸੈਪਸ਼ਨ ਕੀ ਹੈ, ਦੈਨ ਆਪਾਂ ਕਨਕਲੂਜਨ ਬਣਾਵਾਂਗੇ। ਦੇਖੋ ਜੀ ਹੁਣ ਸੋ ਆਪਾਂ ਇਹਦੀ ਸਟਾਰਟਿੰਗ ਕਿੱਦਾਂ ਕਰਾਂਗੇ ਵਿਦ ਦਾ ਵਿਊ ਟੂ ਡਿਸਕਸ। ਸੋ ਇੱਥੋਂ ਆਪਾਂ ਇਹਦੀ ਸਟਾਰਟਿੰਗ ਕਰਾਂਗੇ ਵਾਈ ਸਮ ਪੀਪਲ ਰੈਕਨ ਔਰ ਥਿੰਕ ਦੈਟ ਕਲਾਈਮੇਟ ਵੀ ਤੁਸੀਂ ਕਹਿ ਸਕਦੇ ਹੋ ਜਾਂ ਵੈਦਰ ਚੇਂਜ ਕੈਨ ਕ੍ਰੀਏਟ ਬਿਜ਼ਨਸ ਅਪੋਰਚੁਨਿਟੀਜ਼। ਕਿਉਂ ਲੋਕ ਇਹ ਸੋਚਦੇ ਆ ਕਿ ਇਹਦੇ ਨਾਲ ਬਿਜ਼ਨਸ ਅਪੋਰਚੁਨਿਟੀਜ਼ ਕ੍ਰੀਏਟ ਹੋਣਗੀਆਂ। ਕੀ ਕਹਿ ਰਹੇ ਨੇ, ਕਹਿੰਦੇ ਦੇ ਆਰਗੂ ਦੈਟ ਅ ਰਾਈਜ਼ ਇਨ ਹੀਟ ਵੇਵਸ। ਜਿਵੇਂ ਜਿਵੇਂ ਕਹਿੰਦੇ ਜਿਹੜਾ ਟੈਂਪਰੇਚਰ ਹੈ ਕਲਾਈਮੇਟ ਚੇਂਜ ਹੈ, ਜੇ ਹੀਟ ਵੇਵਸ ਕਹਿੰਦੇ ਰਾਈਜ਼ ਹੋਣਗੀਆਂ, ਕਹਿੰਦੇ ਉਹ ਕੀ ਕਰੂਗਾ ਕੈਨ ਬੈਨੀਫਿਟ ਸਰਟਨ ਇੰਡਸਟਰੀ, ਉਹ ਕੁਝ ਸਰਟਨ ਇੰਡਸਟਰੀਜ਼ ਨੂੰ ਬੈਨੀਫਿਟ ਕਰੂਗਾ। ਕਿੱਦਾਂ, ਫॉर एग्जांपल या फॉर इंस्टेंस एक ही करूंगा इट कैन बूस्ट सेल्स फॉर कंपनीज इन द एयर कंडीशनिंग एंड बेवरेज सेक्टर्स। जे हुण गर्मी ज्यादा होगी तो डेफिनेटली आपां की मंग करांगे एयर कंडीशन होवे, ठीक है, पीण दे लई कोई ड्रिंक्स होण। सो इन्हां दे सैक्टर दे विच कहंदे की होगा ज्यादा इंप्रूवमेंट होगी ड्यूरिंग स्कॉर्चिंग वेदर। स्कॉर्चिंग दा मतलब हुंदा बहुत ज्यादा गर्म वेदर, हॉट वेदर जिन्हों आपां कहंदे आ। People often seek relief through the purchase of air conditioners and cold beverages। सो कहंदे उन्हां नूं किद्दां रिलीफ मिलदा है जे घर दे विच AC होवे प्लस उन्हां नूं पीण दे लई कोई भी सॉफ्ट ड्रिंक होवे। सो इहदा रिजल्ट की पऊगा consequently वर्ड यूज करदे जी आपां कादे लई यूज करदे रिजल्ट दे लई। कहंदे companies in these industries may experience increased demand leading to higher profits। सो इन्हां कंपनीज नूं की होगा जी, कहते की हो जाएगा इन्हां दा जिहड़ा प्रॉफिट हो जाएगा वो की हो जाएगा ज्यादा हो जाएगा, ठीक है जी। सो आपां ने इहदा रिजल्ट भी दे दिता। सो आपां इत्थे एग्जांपल पुट करांगे, ठीक है, जिवें आपां उपर एग्जांपल दित्ती है। सो इहदे नाल होर तुसीं अगर अनदर एग्जांपल यूज करना चाहुंदे हो चाहे तो तुसीं ओ वाली एग्जांपल यूज कर सकदे हो फर्स्ट वन, चाहे तुसीं आ वाली एग्जांपल लास्ट ते दे सकदे हो।
ਇਹ ਨਹੀਂ ਹੈਗਾ ਕੰਪਲਸਰੀ ਨਹੀਂ ਵੀ ਆਪਾਂ ਨੇ ਇੱਕੋ ਹੀ ਐਗਜ਼ਾਮਪਲ ਯੂਜ਼ ਕਰਨੇ, ਚਾਹੇ ਐਗਜ਼ਾਮਪਲ ਪਹਿਲਾਂ ਦੇ ਦਿਓ ਜਾਂ ਰਿਜ਼ਲਟ ਤੋਂ ਬਾਅਦ ਦੇ ਦਿਓ। ਸੋ ਕਹਿੰਦੇ ਕੀ ਹੈ, ਟੂ ਸਾਈਟ ਐਨ ਐਗਜ਼ਾਮਪਲ ਇਨ ਦਿਸ ਮਾਡਰਨ era majority of people want air conditioner at their workplace or home in order to avoid heat which is borne for firms or companies। सो ਇੱਕੋ ਹੀ जगह एग्जांपल देनी है, चाहे ऊपर चाहे लास्ट ते। सो जिथे भी ਤੁਹਾਨੂੰ सुटेबल लगदा, दोनों एग्जांपल सेम ने, ठीक है, ਉੱਥੇ भी ਆਪਾਂ सेम एग्जांपल ਦਿੱਤੀ, ਇੱਥੇ भी। सो ਇੱਕ जगह ਤੇ एग्जांपल पुट करनी है एंड ਤੁਸੀਂ ਹੁਣ ਦੇਖੋ ਇਹ ਚ ਸਮਝੋ ਆਪਾਂ ਨੇ ਪੁਆਇੰਟ ਨੂੰ ਇਲੈਬੋਰੇਟ ਕਿੱਦਾਂ ਕੀਤਾ। ਆਪਾਂ ਪਹਿਲਾਂ ਹੈਡਿੰਗ ਦਿੱਤਾ पॉइंट की एक्सप्लेनेशन दी, दैन फिर ओदा रिजल्ट दिता, फिर अपना पॉइंट कंप्लीट मन्निया जांदा हुंदा है। हुण इसे तरह एदा हो गया आपां एक व्यू, हुण दूसरा व्यू देना है जी। सो दूसरा व्यू देने दे लई आपां वर्ड यूज करांगे जी इत्थे डिस्पाइट द अफोरमेंशन व्यू। डिस्पाइट हुंदा इस दे बावजूद, कहंदे देयर आर रेंज ऑफ रीजंस व्हाई क्लाइमेट वेरिएशन इज डिसएडवांटेजेस फॉर मेनी बिजनेस। सो कहंदे क्यों इहदे नुकसान ने बहुत सारे बिजनेस दे लई। सो पहला रीजन कहते प्राइमरी कंसर्न की है इज द इंपैक्ट ऑफ इरेगुलर रेनफॉल पैटर्न्स। जे हुण मीह ही टाइम ते नहीं पऊगा देन कहते की होगा, इनसफिशिएंट और एक्सेसिव रेनफॉल कैन हैव सीवियर रेपरकशन ऑन फार्मिंग। जहां कहते ज्यादा नहीं होगा मीह या फिर बहुत ही ज्यादा पऊगा, सीरियस आप कह सकते हैं सीवियर रेपरकशन, बहुत नेगेटिव रिजल्ट पऊगा जी फार्मिंग दे उत्ते। देन ओदा रिजल्ट किस नूं भुगतना पऊगा, रिजल्टिंग इन फाइनेंशियल हार्डशिप फॉर इंडिविजुअल फार्मर्स। सो फार्मर्स नूं ओदा रिजल्ट देना पऊगा, बल्कि उन्हां दे उत्ते नेगेटिव इंपैक्ट पऊगा। इट आल्सो अफेक्ट्स द नेशन वेयर द डिमांड इज हाई फॉर फूड एंड सप्लाई बिकम्स लो ओइंग टू एटमॉस्फेयर फ्लक्चुएशन। सप्लाई की हो जाएगी, घट जाएगी, डिमांड ज्यादा हो जाएगी। लाइक फूड की डिमांड ज्यादा होएगी, देन वो फूड नूं पूरा नहीं कर पाउणगे उस डिमांड नूं। एक्सट्रीम वैदर कंडीशंस होर की करनी है जी, अफेक्ट द क्रॉप्स एंड द इकोनॉमी ऑफ द कंट्री। सो इहदे नाल की इफेक्ट होगा, ठीक है जी, क्रॉप दे उत्ते भी प्लस इकोनॉमी दे उत्ते भी, बिकॉज सम कंट्रीज एक्सपोर्ट क्रॉप्स टू अदर नेशंस। क्योंकि बहुत सारे कंट्रीज ने वो की करदे ने, एक्सपोर्ट करदे ने। सो इहदी भी आपां हुण एग्जांपल दे दांगे, एग्जांपल दे विच तुसीं क्लियर कर दिओ। एग्जांपल च फॉर इंस्टेंस recently in the northern part of India there was a huge rain which destroyed the wheat crop। जिवें कि कहंदे बहुत भारी मींह पिया सी नॉर्दਰਨ साइड ते, देन ओदे नाल की होया, किहड़ी क्रॉप ज्यादा डिस्ट्रॉय हो गई सी, wheat crop। so consequently both the population and the nation, population किवें होगी, फार्मर्स सैक्रिफाइस करनगे, ठीक है, फार्मर्स ते नेगेटिव इंपैक्ट होगा, फूड की कमी नहीं पूरी होगी, पॉपुलेशन नूं भी सफर करना पऊगा, नेशन नूं किवें, इकोनॉमी डाउन होगी। सो नेशन एज अ होल सफर्ड सबस्टेंशियल, बहुत ज्यादा बड़ा लॉस होएगा, इकोनॉमिक लॉस इज ड्यू टू रिड्यूस्ड क्रॉप प्रोडक्शन। हुण ये तो हो गए दो व्यू आपां दसदे, पहला दसदा दूसरा दसदा, अपॉर्चुनिटीज किवें क्रिएट होणगीਆਂ ते नेगेटिव किवें होएगा। हुण तुसीं अपना ओपीनियन वाला पैराग्राफ किवें बना सकदे हो। इन माय ओपीनियन द फर्स्ट इंक्लिनेशन इज मोर रीजनेबल। इंक्लिनेशन का मतलब की हुंदा है कि लाइक फर्स्ट नोशन, फर्स्ट व्यू, एडवर्स बहुत बुरा वेदर, कहते एडवर्स वेदर कंडीशन सच एज फ्लड्स हो गए, जिवें स्नो स्टॉर्म्स हो गए, कैन क्रिएट हार्डस्ट वर्किंग एनवायरनमेंट फॉर एम्प्लॉयज एंड लीडिंग टू रिड्यूस्ड वर्कफोर्स अटेंडेंस। सो जे ज्यादा आपां कह दईए भी बहुत बुरा जिहड़ा एनवायरनमेंट होगा, बहुत ज्यादा जिवें फ्लड्स आउणगे, देन एम्प्लॉयज उत्थे नहीं जाणगे, वर्कफोर्स दी अटेंडेंस ते भी घाटा पऊगा, आपां कह सकदे हां। फर्दरमोर व्हेन एम्प्लॉयज डू अटेम्प्ट टू ट्रैवल टू देयर वर्क प्लेसेस इन इनक्लीमेंट वेदर, मतलब कि बैड वेदर च जे वो ट्रैवल भी करनगे, देन की हो सकदा, द रिस्क ऑफ एक्सीडेंट इंक्रीजेस। सो इहदा रिजल्ट की है, कॉन्सिक्वेंटली, या अगर आप ऊपर यूज कर चुके हैं कॉन्सिक्वेंटली, तो तुसीं इत्थे वर्ड दूसरा यूज कर सकदे हो, लाइक तुसीं कह सकदे हो देयरफॉर। Therefore कह सकते हो as a result, resultantly कहते businesses may experience workforce shortages which can impact their operations। सो ये आपां सारा अपना व्यू पॉइंट दसदा। हुण लास्ट ते जेड़ा पैराग्राफ बनेगा जी वो किसदा बनेगा, कंक्लूजन दा। सो कंक्लूजन च तुसीं ऑल्दो दे नाल दस दोगे, कहंदे इट इज क्वाइट एविडेंट दैट ऑल्दो द वेरिएशंस इन द ग्लोबल क्लाइमेट कैन बी फ्रूटफुल फॉर सम बिजनेसमैन। सो कईयां दे लई कहंदे भावें कि इह फ्रूटफुल आ, बट कॉमा की शो कर रहे थे, बट नो इट्स नेगेटिव इफेक्ट्स कैन नेवर बी
ਨੈਗਲੈਕਟਡ। ਪਰ ਜਿਹੜੇ ਇਹਦੇ ਨੈਗੇਟਿਵ ਰਿਜ਼ਲਟ ਨੇ ਹਨਾ ਜਾਂ ਨੈਗੇਟਿਵਸ ਹੋਣਗੇ ਉਹਨਾਂ ਨੂੰ ਨੈਗਲੈਕਟ ਜਾਂ ਇਗਨੋਰ ਨਹੀਂ ਕੀਤਾ ਜਾ ਸਕਦਾ। ਸੋ ਇਸ ਤਰ੍ਹਾਂ ਤੁਸੀਂ ਡਿਸਕਸ਼ਨ ਬੋਥ ਵਿਊਜ਼ ਲਿਖਣਾ ਹੈ। ਡਿਸਕਸ਼ਨ ਬੋਥ ਵਿਊਜ਼ ਦੇ ਵਿੱਚ ਆਪਾਂ ਨੇ ਇੱਕ ਸਾਈਡ, ਫਿਰ ਦੂਸਰੀ ਸਾਈਡ, ਫਿਰ ਆਪਣਾ ਵਿਊ ਪੁਆਇੰਟ, ਮਤਲਬ ਕਿ ਟੋਟਲ 5 ਪੈਰਾਗ੍ਰਾਫਸ ਬਣਾਉਣੇ ਆ ਅਗਰ ਤੁਸੀਂ ਵਧੀਆ ਸਕੋਰ ਲੈਣਾ ਚਾਹੁੰਦੇ ਹੋ ਰਾਈਟਿੰਗ ਟਾਸਕ 2 ਦੇ ਵਿੱਚੋਂ। ਠੀਕ ਹੈ ਫਰੈਂਡਸ, ਅਗਰ ਤੁਹਾਨੂੰ ਮੇਰੀ ਅੱਜ ਦੀ ਕਲਾਸ ਵਧੀਆ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ। ਮਿਲਦੇ ਹਾਂ ਨੈਕਸਟ ਵੀਡੀਓ ਦੇ ਨਾਲ। ਬਾਏ ਬਾਏ, ਟੇਕ ਕੇਅਰ।